ਅੱਜ ਦੀ ਕਹਾਣੀ ਇੱਕ ਹਵਾਈ ਸਫ਼ਰ ਤੋਂ ਸ਼ੁਰੂ ਹੁੰਦੀ ਹੈ। ਜਹਾਜ਼ ਦੇ ਸਾਰੇ ਕਰਮਚਾਰੀ ਆਪਣਾ ਆਪਣਾ ਕੰਮ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਸੀ। ਇਸ ਦੌਰਾਨ ਫਿਨ ਨਾਮ ਦਾ ਇੱਕ ਲੜਕਾ ਇੱਕ 에ਅਰ ਹੋਸਟੈਸ ਦੀ ਪਿੱਠ ਤੇ ਹੱਥ ਲਗਾ ਦਿੰਦਾ ਹੈ। ਇਸ 에ਅਰ ਹੋਸਟੈਸ ਦਾ ਨਾਮ ਵੀਨਾ ਸੀ। ਫਿਨ ਉਸ ਨੂੰ ਕਹਿੰਦਾ ਹੈ ਕਿ ਗਲਤੀ ਨਾਲ ਹੱਥ ਲੱਗ ਗਿਆ, ਜਿਸ ਤੋਂ ਬਾਅਦ ਵੀਨਾ ਮੁਸਕਰਾ ਕੇ ਚੁੱਪ ਕਰ ਜਾਂਦੀ ਹੈ। ਹਾਲਾਂਕਿ ਵੀਨਾ ਨੂੰ ਪਤਾ ਸੀ ਕਿ ਇਹ ਹੱਥ ਗਲਤੀ ਨਾਲ ਨਹੀਂ ਲੱਗਿਆ। ਜਲਦ ਹੀ ਫੇਰ ਸਾਰੇ ਕਰਮਚਾਰੀ ਕੰਮ ਕਰਨ ਲੱਗ ਜਾਂਦੇ ਹਨ। ਵੀਨਾ ਵੀ ਲਗਾਤਾਰ ਕੰਮ ਕਰ ਰਹੀ ਸੀ ਤੇ ਫਿਨ ਫੇਰ ਦੁਬਾਰਾ ਉਸ ਦੀ ਪਿੱਠ ਤੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਵਾਰ ਵੀਨਾ ਇੰਨੀ ਤੇਜ਼ੀ ਨਾਲ ਘੁੰਮਦੀ ਹੈ ਕਿ ਉਸ ਦੇ ਹੱਥ ਨਾਲ ਟਕਰਾ ਕੇ ਫਿਨ ਜ਼ਖਮੀ ਹੋ ਜਾਂਦਾ ਹੈ ਤੇ ਫੇਰ ਵੀਨਾ ਮਾफ़ੀ ਮੰਗ ਕੇ ਕਹਿੰਦੀ ਹੈ ਕਿ ਉਸ ਤੋਂ ਗਲਤੀ ਹੋ ਗਈ। ਵੀਨਾ ਪੂਰੀ ਤੇਜ਼ ਤਰਾਰ ਤੇ ਹੁਸ਼ਿਆਰ ਲੜਕੀ ਸੀ। ਉਸਨੇ ਜਿਸ ਤਰ੍ਹਾਂ ਲੋਫਰ ਫਿਨ ਨੂੰ ਸਬਕ ਸਿਖਾਇਆ ਸੀ, ਇਹ ਸਭ ਦੇਖ ਕੇ ਜਹਾਜ਼ ਦੇ ਸਾਰੇ ਯਾਤਰੀ ਤਾੜੀਆਂ ਮਾਰਨ ਲੱਗ ਜਾਂਦੇ ਹਨ। ਕੁਝ ਦੇਰ ਬਾਅਦ ਸਫ਼ਰ ਖਤਮ ਹੋ ਗਿਆ। ਜਹਾਜ਼ ਦੇ ਸਾਰੇ ਕਰਮਚਾਰੀ ਇੱਕ ਹੋਟਲ ਵਿੱਚ ਆ ਗਏ। ਵੀਨਾ ਵੀ ਇਸ ਹੋਟਲ ਵਿੱਚ ਆ ਚੁੱਕੀ ਸੀ। ਉਹ ਇਸ ਹੋਟਲ ਵਿੱਚ ਪੂਰਾ ਇੱਕ ਦਿਨ ਗੁਜ਼ਾਰਨ ਵਾਲੀ ਸੀ, ਕਿਉਂਕਿ ਉਸ ਦੀ ਅਗਲੀ ਫਲਾਈਟ 24 ਘੰਟਿਆਂ ਬਾਅਦ ਸੀ। ਹੋਟਲ ਵਾਲਿਆਂ ਤੋਂ ਆਪਣੇ ਕਮਰੇ ਦੀ ਚਾਬੀ ਲੈ ਕੇ ਉਹ ਜਲਦੀ ਆਪਣੇ ਕਮਰੇ ਵਿੱਚ ਆਉਂਦੀ ਹੈ। ਪੂਰੇ 12 ਘੰਟੇ ਕੰਮ ਕਰਨ ਤੋਂ ਬਾਅਦ ਹੁਣ ਜਾ ਕੇ ਉਸ ਨੂੰ ਆਰਾਮ ਮਿਲਿਆ ਸੀ। ਉਹ ਨਹਾ ਧੋ ਕੇ ਕੁਝ ਦੇਰ ਆਰਾਮ ਕਰਦੀ ਹੈ। ਸ਼ਾਮ ਨੂੰ ਵੀਨਾ ਹੋਟਲ ਦਾ ਮੈਨੂ ਕਾਰਡ ਦੇਖਣ ਲੱਗਦੀ ਹੈ, ਪਰ ਉਸ ਨੂੰ ਕੁਝ ਵੀ ਪਸੰਦ ਨਹੀਂ ਆਉਂਦਾ ਤੇ ਫਿਰ ਉਹ ਬਾਹਰ ਜਾਣ ਦਾ ਮਨ ਬਣਾ ਲੈਂਦੀ ਹੈ। ਜਿਸ ਤੋਂ ਬਾਅਦ ਉਹ ਜਲਦੀ ਤਿਆਰ ਹੋ ਕੇ ਇੱਕ ਬਾਰ ਵਿੱਚ ਪਹੁੰਚ ਜਾਂਦੀ ਹੈ। ਬਾਰ 'ਚ ਉਸ ਨੂੰ ਕੋਨੇ ਵਿੱਚ ਇੱਕ ਜਿਮੀ ਨਾਮ ਦਾ ਆਦਮੀ ਨਜ਼ਰ ਆਉਂਦਾ ਹੈ। ਵੀਨਾ ਨੂੰ ਜਿਮੀ ਪਸੰਦ ਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਦੋਨੋਂ ਮਿਲ ਕੇ ਦਾਰੂ ਪੀਣ ਲੱਗ ਜਾਂਦੇ ਹਨ। ਦਾਰੂ ਪੀਂਦੇ ਜਿਮੀ ਉਸ ਨੂੰ ਦੱਸਦਾ ਹੈ ਕਿ ਉਹ ਇੱਕ ਬਿਜ਼ਨਸਮੈਨ ਹੈ ਤੇ ਨਜ਼ਦੀਕੀ ਹੋਟਲ ਵਿੱਚ ਇਕੱਲਾ ਹੀ ਰੁਕਿਆ ਹੋਇਆ ਹੈ। ਜਦੋਂ ਉਹ ਉਸ ਨੂੰ ਆਪਣੇ ਹੋਟਲ ਦਾ ਨਾਮ ਦੱਸਦਾ ਹੈ ਤਾਂ ਵੀਨਾ ਕਹਿੰਦੀ ਹੈ ਕਿ ਉਹ ਵੀ ਉਸੇ ਹੋਟਲ ਵਿੱਚ ਰੁਕੀ ਹੋਈ ਹੈ। ਵੀਨਾ ਨੂੰ ਜਿਮੀ ਬਹੁਤ ਸਮਝਦਾਰ ਲੱਗਿਆ, ਇਸ ਕਰਕੇ ਉਸਨੇ ਜਿਮੀ ਨੂੰ ਆਪਣੇ ਬਾਰੇ ਦੱਸਿਆ ਸੀ। ਥੋੜੀ ਦੇਰ ਬਾਅਦ ਵੀਨਾ ਬਹੁਤ ਦਾਰੂ ਪੀ ਕੇ ਆਪਣੇ ਕਮਰੇ ਵਿੱਚ ਆ ਜਾਂਦੀ ਹੈ। ਉਹ ਜਿਵੇਂ ਹੀ ਸੌਣ ਲੱਗਦੀ ਹੈ ਤਾਂ ਕਮਰੇ ਦੇ ਦਰਵਾਜ਼ੇ ਤੇ ਇੱਕ ਆਹਟ ਹੁੰਦੀ ਹੈ। ਵੀਨਾ ਜਲਦੀ ਉੱਠ ਕੇ ਜਦੋਂ ਦਰਵਾਜ਼ੇ ਦੇ ਪਾਰ ਦੇਖਦੀ ਹੈ ਤਾਂ ਉਸ ਨੂੰ ਦਰਵਾਜ਼ੇ ਤੇ ਜਿਮੀ ਨਜ਼ਰ ਆਉਂਦਾ ਹੈ। ਜਿਮੀ ਨੂੰ ਦੇਖ ਕੇ ਵੀਨਾ ਦਰਵਾਜ਼ਾ ਖੋਲ੍ਹ ਲੈਂਦੀ ਹੈ, ਜਿਸ ਤੋਂ ਬਾਅਦ ਜਿਮੀ ਉਸ ਨੂੰ ਕਹਿੰਦਾ ਹੈ ਕਿ ਮੇਰਾ ਕਮਰਾ ਤੇਰੇ ਕਮਰੇ ਦੇ ਕੋਲ ਹੀ ਹੈ। ਕਮਰੇ 'ਚ ਮੇਰਾ ਮਨ ਨਹੀਂ ਲੱਗਿਆ, ਇਸ ਕਰਕੇ ਮੈਂ ਤੇਰੇ ਕੋਲ ਆ ਗਿਆ। ਉਸ ਦੀ ਗੱਲ ਸੁਣ ਕੇ ਪਹਿਲਾਂ ਤਾਂ ਵੀਨਾ ਉਸ ਨੂੰ ਜਾਣ ਲਈ ਕਹਿੰਦੀ ਹੈ, ਪਰ ਫਿਰ ਕੁਝ ਸੋਚ ਕੇ ਉਹ ਜਿਮੀ ਨੂੰ ਅੰਦਰ ਬੁਲਾ ਲੈਂਦੀ ਹੈ। ਤੇ ਹੁਣ ਕਹਾਣੀ ਅਗਲੇ ਦਿਨ ਸ਼ੁਰੂ ਹੁੰਦੀ ਹੈ। ਵੀਨਾ ਜਿਵੇਂ ਹੀ ਨੀਂਦ 'ਚੋਂ ਜਾਗਦੀ ਹੈ ਤਾਂ ਆਪਣੇ ਕੱਪੜਿਆਂ 'ਤੇ ਖੂਨ ਦੇਖ ਕੇ ਹੈਰਾਨ ਹੋ ਜਾਂਦੀ ਹੈ। ਬੈੱਡ 'ਤੇ ਜਿਮੀ ਦੀ ਲਾਸ਼ ਪਈ ਸੀ। ਲਾਸ਼ ਦੇਖ ਕੇ ਵੀਨਾ ਦਾ ਮਨ ਖਰਾਬ ਹੋ ਜਾਂਦਾ ਹੈ ਤੇ ਉਹ ਜਲਦੀ ਬਾਥਰੂਮ 'ਚ ਆ ਕੇ ਉਲਟੀ ਕਰਨ ਲੱਗ ਜਾਂਦੀ ਹੈ। ਵੀਨਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੱਲ੍ਹ ਰਾਤ ਕੀ ਹੋਇਆ ਤੇ ਜਿਮੀ ਦੀ ਮੌਤ ਕਿਵੇਂ ਹੋਈ। ਉਹ ਯਾਦ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਹੈ, ਪਰ ਉਸਨੇ ਕੱਲ੍ਹ ਰਾਤ ਬਹੁਤ ਦਾਰੂ ਪੀਤੀ ਹੋਈ ਸੀ, ਜਿਸ ਕਰਕੇ ਉਸ ਨੂੰ ਕੁਝ ਯਾਦ ਨਹੀਂ ਸੀ ਆ ਰਿਹਾ। ਵੀਨਾ ਨੇ ਨਹਾ ਧੋ ਕੇ ਆਪਣੇ ਕੱਪੜੇ ਬਦਲ ਲਏ ਤੇ ਫਿਰ ਉਹ ਲਾਸ਼ ਬਾਰੇ ਸੋਚਣ ਲੱਗੀ। ਜਲਦ ਹੀ ਉਸਨੇ ਪਹਿਲਾਂ ਤਾਂ ਲਾਸ਼ ਨੂੰ ਛੁਪਾਉਣ ਦਾ ਫੈਸਲਾ ਕੀਤਾ। ਉਹ ਲਾਸ਼ ਨੂੰ ਬਾਥਰੂਮ ਵਿੱਚ ਲਿਆ ਕੇ ਉਸ ਨੂੰ ਬਾਥ ਟੱਬ ਵਿੱਚ ਛੁਪਾ ਦਿੰਦੀ ਹੈ। ਉਹ ਜਿਵੇਂ ਹੀ ਬਾਥਰੂਮ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਉਸ ਦੀ ਨਜ਼ਰ ਬੈੱਡ ਦੀ ਚਾਦਰ 'ਤੇ ਪੈਂਦੀ ਹੈ। ਚਾਦਰ 'ਤੇ ਬਹੁਤ ਸਾਰਾ ਖੂਨ ਲੱਗਿਆ ਹੋਇਆ ਸੀ। ਵੀਨਾ ਨੇ ਖੂਨੀ ਚਾਦਰ ਨੂੰ ਵੀ ਛੁਪਾਉਣ ਦਾ ਮਨ ਬਣਾ ਲਿਆ। ਉਹ ਚਾਦਰ ਨੂੰ ਇੱਕ ਕੋਟ ਕਵਰ ਵਿੱਚ ਛੁਪਾਉਣ ਲੱਗੀ। ਉਹ ਜਿਵੇਂ ਹੀ ਕਵਰ ਨੂੰ ਅਲਮਾਰੀ 'ਚ ਰੱਖਦੀ ਹੈ ਤਾਂ ਦਰਵਾਜ਼ੇ 'ਤੇ ਇੱਕ ਆਹਟ ਹੁੰਦੀ ਹੈ। ਦਰਵਾਜ਼ੇ ਦੇ ਸਫਾਈ ਕਰਮਚਾਰੀ ਰੈਂਚਲ ਸੀ। ਉਹ ਵੀਨਾ ਨੂੰ ਗੰਦੇ ਕੱਪੜੇ ਤੇ ਸਫਾਈ ਦੇ ਬਾਰੇ ਪੁੱਛਦੀ ਹੈ। ਵੀਨਾ ਉਸ ਨੂੰ ਕਹਿੰਦੀ ਹੈ ਕਿ ਮੇਰੇ ਸਾਰੇ ਕੱਪੜੇ ਸਾਫ਼ ਨੇ ਤੇ ਮੇਰੇ ਕਮਰੇ ਨੂੰ ਵੀ ਸਫਾਈ ਦੀ ਲੋੜ ਨਹੀਂ। ਵੀਨਾ ਆਪਣੀ ਗੱਲ ਖਤਮ ਕਰਕੇ ਦਰਵਾਜ਼ਾ ਬੰਦ ਕਰਦੀ ਹੈ, ਜਿਸ ਤੋਂ ਬਾਅਦ ਰੈਂਚਲ ਦੂਜੇ ਕਮਰੇ ਦੀ ਤਰਫ ਚਲੀ ਜਾਂਦੀ ਹੈ। ਵੀਨਾ ਕਮਰੇ ਦੇ ਅੰਦਰੋਂ ਰੇਚਲ ਨੂੰ ਦੇਖ ਰਹੀ ਸੀ। ਰੇਚਲ ਜਿਵੇਂ ਹੀ ਦੂਸਰੇ ਕਮਰੇ ਵਿੱਚ ਜਾਂਦੀ ਹੈ ਤਾਂ ਵੀਨਾ ਉਸ ਦੀ ਟਰੋਲੀ 'ਚੋਂ ਸਫਾਈ ਵਾਲਾ ਸਮਾਨ ਚੁਰਾ ਲੈਂਦੀ ਹੈ। ਕੁਝ ਹੀ ਦੇਰ ਬਾਅਦ ਵੀਨਾ ਨੇ ਸਾਰੇ ਕਮਰੇ ਦੀ ਸਫਾਈ ਕਰਤੀ,
ਪਰ ਉਸ ਨੂੰ ਅਜੇ ਵੀ ਨਹੀਂ ਸਮਝ ਆ ਰਿਹਾ ਸੀ ਕਿ ਉਹ ਲਾਸ਼ ਨੂੰ ਟਿਕਾਣੇ ਕਿਵੇਂ ਲਾਏ। ਕਾਫੀ ਦੇਰ ਸੋਚਣ ਤੋਂ ਬਾਅਦ ਉਹ ਇੰਨਾ ਤਾਂ ਸਮਝ ਜਾਂਦੀ ਹੈ ਕਿ ਉਸ ਨੂੰ ਲਾਸ਼ ਟਿਕਾਣੇ ਲਾਉਣ ਲਈ ਕਾਫੀ ਸਮਾਂ ਚਾਹੀਦਾ ਹੈ। ਇਹ ਗੱਲ ਸੋਚ ਕੇ ਉਹ ਆਪਣੀ 에ਅਰਲਾਈਨ ਨੂੰ ਫੋਨ ਲਗਾਉਂਦੀ ਹੈ ਤੇ ਉਹ ਉਹਨਾਂ ਨੂੰ ਝੂਠ ਬੋਲਦੀ ਹੈ ਕਿ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਨੂੰ 1 ਦਿਨ ਦੀ ਛੁੱਟੀ ਚਾਹੀਦੀ ਹੈ। ਵੀਨਾ ਨੇ ਕਾਫੀ ਸਫਾਈ ਨਾਲ ਝੂਠ ਬੋਲਿਆ ਸੀ, ਜਿਸ ਕਰਕੇ ਉਸ ਨੂੰ 1 ਦਿਨ ਦੀ ਛੁੱਟੀ ਮਿਲ ਜਾਂਦੀ ਹੈ। ਤੇ ਫਿਰ ਵੀਨਾ ਨੇ ਕੁਝ ਦੇਰ ਆਰਾਮ ਕਰਨ ਦਾ ਫੈਸਲਾ ਕੀਤਾ ਤਾਂ ਕਿ ਉਸ ਦਾ ਦਿਮਾਗ ਠੰਡਾ ਹੋ ਸਕੇ ਤੇ ਫਿਰ ਉਹ ਲਾਸ਼ ਬਾਰੇ ਸੋਚ ਸਕੇ। ਆਰਾਮ ਕਰਨ ਤੋਂ ਬਾਅਦ ਜਦੋਂ ਉਹ ਉੱਠਦੀ ਹੈ ਤਾਂ ਉਸ ਦਾ ਪੈਰ ਇੱਕ ਚਾਬੀ ਤੇ ਟਿਕ ਜਾਂਦਾ ਹੈ। ਇਹ ਚਾਬੀ ਜਿੰਮੀ ਦੇ ਕਮਰੇ ਦੀ ਸੀ। ਰਾਤ ਨੂੰ ਜਦੋਂ ਜਿੰਮੀ ਉਸ ਦੇ ਕਮਰੇ 'ਚ ਆਇਆ ਸੀ ਤਾਂ ਚਾਬੀ ਉਸ ਦੀ ਜੇਬ 'ਚ ਹੀ ਸੀ। ਦੇਖਦੇ ਹੀ ਦੇਖਦੇ ਵੀਨਾ ਤਿਆਰ ਹੋ ਕੇ ਜਿੰਮੀ ਦੇ ਕਮਰੇ ਵੱਲ ਜਾਣ ਲੱਗੀ। ਹੋਟਲ ਵਾਲਿਆਂ ਨੇ ਕਮਰੇ ਦੇ ਬਾਹਰ ਕੈਮਰੇ ਨਹੀਂ ਲਗਾਏ ਸਨ ਤਾਂ ਕਿ ਲੋਕ ਬੇਫਿਕਰ ਹੋ ਕੇ ਇੱਥੇ ਆ ਸਕਣ। ਵੀਨਾ ਜਲਦੀ ਹੀ ਜਿੰਮੀ ਦੇ ਕਮਰੇ 'ਚ ਪਹੁੰਚ ਜਾਂਦੀ ਹੈ। ਉਹ ਜਿੰਮੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੀ ਸੀ, ਕਿਉਂਕਿ ਜੇਕਰ ਜਿੰਮੀ ਕੋਈ ਮੁਜਰਮ ਹੁੰਦਾ ਤਾਂ ਉਹ ਇੱਕ ਕਹਾਣੀ ਬਣਾ ਕੇ ਪੁਲਿਸ ਨੂੰ ਬੇਵਕੂਫ ਬਣਾ ਸਕਦੀ ਸੀ। ਕਮਰੇ ਦੀ ਤਲਾਸ਼ੀ ਲੈਂਦੇ ਲੈਂਦੇ ਵੀਨਾ ਦੇ ਹੱਥ ਜਿੰਮੀ ਦਾ ਲਾਇਸੈਂਸ ਲੱਗ ਜਾਂਦਾ ਹੈ। ਜਿੰਮੀ ਨੇ ਵੀਨਾ ਨੂੰ ਆਪਣਾ ਨਾਮ ਤੇ ਕੰਮ ਗਲਤ ਦੱਸਿਆ ਸੀ। ਜਿੰਮੀ ਦਾ ਨਾਮ ਕੁਝ ਹੋਰ ਸੀ ਤੇ ਉਹ ਇੱਕ ਵਧੀਆ ਲੇਖਕ ਸੀ। ਜਿੰਮੀ ਦਾ ਸੱਚ ਜਾਣ ਕੇ ਵੀਨਾ ਦੁਖੀ ਹੋ ਜਾਂਦੀ ਹੈ। ਇਸੇ ਦੌਰਾਨ ਵੀਨਾ ਨੂੰ ਯਾਦ ਆ ਜਾਂਦਾ ਹੈ ਕਿ ਰਾਤ ਜਿੰਮੀ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਆਪਣੇ ਆਪ ਨੂੰ ਬਚਾਉਣ ਲਈ ਵੀਨਾ ਨੇ ਉਸ ਨੂੰ ਮਾਰ ਦਿੱਤਾ ਸੀ। ਉਹ ਜਲਦੀ ਜਿੰਮੀ ਦਾ ਸਾਰਾ ਸਮਾਨ ਚੱਕ ਕੇ ਆਪਣੇ ਬੈਗ ਵਿੱਚ ਪਾਉਣ ਲੱਗੀ ਤਾਂ ਕਿ ਹੋਟਲ ਵਾਲਿਆਂ ਨੂੰ ਲੱਗੇ ਕਿ ਜਿੰਮੀ ਕਿਤੇ ਚਲਾ ਗਿਆ। ਵੀਨਾ ਆਪਣੇ ਕਮਰੇ ਵਿੱਚ ਆ ਕੇ ਜਿੰਮੀ ਦੀਆਂ ਸਾਰੀਆਂ ਚੀਜ਼ਾਂ ਖਰਾਬ ਕਰ ਦਿੰਦੀ ਹੈ ਤਾਂ ਕਿ ਪੁਲਿਸ ਵੀ ਉਸ ਦੇ ਬਾਰੇ ਨਾ ਜਾਣ ਸਕੇ। ਆਪਣੀ ਯੋਜਨਾ 'ਤੇ ਕੰਮ ਕਰਨ ਲਈ ਵੀਨਾ ਨੂੰ ਕੁਝ ਸਮਾਨ ਦੀ ਲੋੜ ਸੀ, ਇਸ ਕਰਕੇ ਉਹ ਸਮਾਨ ਖਰੀਦਣ ਲਈ ਬਾਹਰ ਚਲੀ ਜਾਂਦੀ ਹੈ। ਕੁਝ ਦੇਰ ਬਾਅਦ ਕੈਵਿਨ ਨਾਮ ਦਾ ਪਲੰਬਰ ਵੀਨਾ ਦਾ ਕਮਰਾ ਖੋਲ੍ਹਦਾ ਹੈ। ਉਸੇ ਵਕਤ ਵੀਨਾ ਵੀ ਬਾਹਰੋਂ ਆ ਜਾਂਦੀ ਹੈ। ਉਹ ਜਲਦੀ ਕੈਵਿਨ ਨੂੰ ਰੋਕ ਕੇ ਉਸ ਨੂੰ ਉਸ ਦੇ ਬਾਰੇ ਪੁੱਛਦੀ ਹੈ। ਕੈਵਿਨ ਉਸ ਨੂੰ ਦੱਸਦਾ ਹੈ ਕਿ ਮੈਂ ਹੋਟਲ ਲਈ ਕੰਮ ਕਰਦਾ ਹਾਂ। ਨੀਚੇ ਵਾਲੇ ਕਮਰੇ 'ਚ ਗੰਦੀ ਬਦਬੂ ਆ ਰਹੀ ਹੈ, ਇਸ ਲਈ ਮੈਂ ਤੁਹਾਡੇ ਬਾਥਰੂਮ ਨੂੰ ਦੇਖਣ ਆਇਆ ਹਾਂ। ਵੀਨਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਪਰ ਫਿਰ ਵੀ ਕੈਵਿਨ ਧੱਕੇ ਨਾਲ ਬਾਥਰੂਮ ਵਿੱਚ ਚਲਾ ਜਾਂਦਾ ਹੈ। ਵੀਨਾ ਨੂੰ ਪੂਰੀ ਉਮੀਦ ਸੀ ਕਿ ਕੈਵਿਨ ਦੀ ਨਜ਼ਰ ਲਾਸ਼ 'ਤੇ ਜ਼ਰੂਰ ਪਏਗੀ, ਜਿਸ ਕਰਕੇ ਉਸ ਨੂੰ ਵੀ ਮਾਰਨਾ ਪਊਗਾ। ਪਰ ਜਿਵੇਂ ਹੀ ਕੈਵਿਨ ਬਾਥਟਬ ਦੀ ਤਰਫ ਜਾਣ ਲੱਗਿਆ ਤਾਂ ਉਸ ਦਾ ਫੋਨ ਵੱਜਦਾ ਹੈ। ਇਹ ਫੋਨ ਹੋਟਲ ਦੇ ਮੈਨੇਜਰ ਦਾ ਸੀ। ਉਹ ਕੈਵਿਨ ਨੂੰ ਦੱਸਦਾ ਹੈ ਕਿ ਬਦਬੂ ਉੱਪਰੋਂ ਆ ਰਹੀ ਹੈ। ਫੋਨ ਸੁਣ ਕੇ ਕੈਵਿਨ ਉੱਥੋਂ ਚਲਾ ਜਾਂਦਾ ਹੈ, ਜਾਂ ਕਹਿ ਲਓ ਵੀਨਾ ਦੇ ਹੱਥੋਂ ਮਰਨੋਂ ਬਚ ਜਾਂਦਾ ਹੈ। ਉਸ ਦੇ ਜਾਣ ਤੋਂ ਬਾਅਦ ਵੀਨਾ ਆਪਣਾ ਸਮਾਨ ਕੱਢਦੀ ਹੈ ਜਿਹੜਾ ਉਹ ਬਾਜ਼ਾਰ ਤੋਂ ਲੈ ਕੇ ਆਈ ਸੀ। ਦੇਖਦੇ ਹੀ ਦੇਖਦੇ ਉਹ ਤਿਆਰ ਹੋ ਕੇ ਲਾਸ਼ ਦੇ ਟੁਕੜੇ ਕਰਨ ਲੱਗੀ। ਟੁਕੜੇ ਕਰਨ ਤੋਂ ਬਾਅਦ ਉਹ ਬਾਥਰੂਮ ਨੂੰ ਵੀ ਸਾਫ਼ ਕਰਦੀ ਹੈ ਤਾਂ ਕਿ ਪਿੱਛੇ ਕੋਈ ਵੀ ਸਬੂਤ ਨਾ ਰਹਿ ਜਾਏ। ਵੀਨਾ ਨੇ ਛੋਟੇ ਟੁਕੜੇ ਇੱਕ ਛੋਟੇ ਬੈਗ 'ਚ ਰੱਖ ਲਏ ਤੇ ਵੱਡੇ ਟੁਕੜੇ ਉਸਨੇ ਸੂਟਕੇਸ ਵਿੱਚ ਪਾ ਲਏ। ਪੂਰਾ ਦਿਨ ਕੰਮ ਕਰਨ ਤੋਂ ਬਾਅਦ ਰਾਤ ਨੂੰ ਉਹ ਆਰਾਮ ਨਾਲ ਸੋ ਜਾਂਦੀ ਹੈ। ਅਗਲੇ ਦਿਨ ਵੀਨਾ ਪੂਰੀ ਤਰ੍ਹਾਂ ਤਿਆਰ ਸੀ। ਅੱਜ ਉਸਨੇ 2 ਕੰਮ ਕਰਨੇ ਸੀ। ਇੱਕ ਤਾਂ ਉਸਨੇ ਲਾਸ਼ ਨੂੰ ਠਿਕਾਣੇ ਲਾਉਣਾ ਸੀ ਤੇ ਦੂਜਾ ਆਪਣੇ ਕੰਮ ਤੇ ਵੀ ਜਾਣਾ ਸੀ। ਜਾਣ ਤੋਂ ਪਹਿਲਾਂ ਉਹ ਪੂਰੇ ਕਮਰੇ ਦੀ ਜਾਂਚ ਕਰਦੀ ਹੈ ਕਿ ਕਿਤੇ ਕੋਈ ਖੂਨ ਦਾ ਨਿਸ਼ਾਨ ਤਾਂ ਨਹੀਂ ਰਹਿ ਗਿਆ। ਇਸ ਤੋਂ ਬਾਅਦ ਉਹ ਹਰ ਜਗ੍ਹਾ ਤੋਂ ਆਪਣੇ ਤੇ ਜਿੰਮੀ ਦੇ ਨਿਸ਼ਾਨ ਖਤਮ ਕਰ ਦਿੰਦੀ ਹੈ। ਪੂਰੀ ਤਸੱਲੀ ਹੋਣ ਤੋਂ ਬਾਅਦ ਉਹ ਆਪਣਾ ਛੋਟਾ ਬੈਗ ਤੇ ਸੂਟਕੇਸ ਲੈ ਕੇ ਕਮਰੇ ਤੋਂ ਬਾਹਰ ਆ ਜਾਂਦੀ ਹੈ। ਵੀਨਾ ਹੌਲੀ ਅੱਗੇ ਵਧ ਰਹੀ ਸੀ, ਪਰ ਉਸ ਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ। ਦੇਖਣ ਵਾਲੇ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਇਸ ਖੂਬਸੂਰਤ ਲੜਕੀ ਕੋਲ ਇੱਕ ਲਾਸ਼ ਹੈ। ਹੋਟਲ ਵਾਲਿਆਂ ਨੂੰ ਕਮਰੇ ਦੀ ਚਾਬੀ ਦੇ ਕੇ ਉਹ ਜਿਵੇਂ ਹੀ ਬਾਹਰ ਆਉਂਦੀ ਹੈ ਤਾਂ ਉਸ ਦੀ ਨਜ਼ਰ ਇੱਕ ਵੱਡੀ ਗੱਡੀ 'ਤੇ ਪੈਂਦੀ ਹੈ। ਇਹ ਗੱਡੀ ਬਜ਼ੁਰਗ ਲੋਕਾਂ ਨੂੰ ਛੁੱਟੀਆਂ 'ਤੇ ਲੈ ਕੇ ਜਾ ਰਹੀ ਸੀ। ਵੀਨਾ ਦੀ ਟੈਕਸੀ ਆਉਣ 'ਚ ਅਜੇ ਬਹੁਤ ਵਕਤ ਸੀ। ਉਹ ਮੌਕਾ ਦੇ ਕੇ ਛੋਟੇ ਬੈਗ 'ਚੋਂ ਟੁਕੜੇ ਕੱਢ ਕੇ ਕਚਰੇ 'ਚ ਸੁੱਟ ਦਿੰਦੀ ਹੈ। ਇਸ ਤੋਂ ਬਾਅਦ ਉਸ ਦੀ ਨਜ਼ਰ ਇੱਕ ਬਜ਼ੁਰਗ ਜੋੜੇ 'ਤੇ ਪੈਂਦੀ ਹੈ। ਉਹ ਉਹਨਾਂ ਕੋਲ ਆ ਕੇ ਪੁੱਛਦੀ ਹੈ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ। ਜੋੜਾ ਉਸ ਨੂੰ ਕਹਿੰਦਾ ਹੈ ਕਿ ਤੂੰ ਸਾਡਾ ਸਮਾਨ ਗੱਡੀ ਵਿੱਚ ਰੱਖ ਕੇ ਸਾਡੀ ਮਦਦ ਕਰ ਸਕਦੀ ਹੈ। ਵੀਨਾ ਉਹਨਾਂ ਦੀ ਮਦਦ ਕਰਨ ਲੱਗੀ ਤੇ ਮੌਕਾ ਦੇਖ ਕੇ ਉਹ ਆਪਣਾ ਸੂਟਕੇਸ ਵੀ ਗੱਡੀ 'ਚ ਰਖਵਾ ਦਿੰਦੀ ਹੈ। ਤੇ ਹੁਣ ਵੀਨਾ ਕੋਲ ਕੁਝ ਨਹੀਂ ਸੀ ਤੇ ਜਲਦ ਹੀ ਉਸ ਦੀ ਟੈਕਸੀ ਵੀ ਆ ਜਾਂਦੀ ਹੈ। ਕੁਝ ਦੇਰ ਬਾਅਦ ਸਫਾਈ ਕਰਮਚਾਰੀ ਰੈਂਚਲ ਵੀਨਾ ਦੇ ਕਮਰੇ ਦੀ ਸਫਾਈ ਕਰਨ ਲੱਗ ਜਾਂਦੀ ਹੈ। ਇਸੇ ਦੌਰਾਨ ਉਸ ਦੀ ਨਜ਼ਰ
ਅਲਮਾਰੀ 'ਚ ਰੱਖੀ ਚਾਦਰ ਤੇ ਪੈਂਦੀ ਹੈ, ਜਿਸ ਤੋਂ ਬਾਅਦ ਉਹ ਚੀਕ ਕੇ ਸ਼ੋਰ ਮਚਾ ਦਿੰਦੀ ਹੈ। ਉਧਰ ਵੀਨਾ ਆਪਣੇ ਜਹਾਜ਼ 'ਚ ਬੈਠੀ ਉਸਦੇ ਉੱਡਣ ਦਾ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਵੀ ਜਹਾਜ਼ 'ਚ ਪਹੁੰਚ ਜਾਂਦੀ ਹੈ। ਵੀਨਾ ਅੱਖਾਂ ਬੰਦ ਕਰਕੇ ਕੁਝ ਸੋਚ ਹੀ ਰਹੀ ਸੀ ਕਿ ਉਸ ਨੂੰ ਅਚਾਨਕ ਯਾਦ ਆਉਂਦਾ ਹੈ ਕਿ ਚਾਦਰ ਤਾਂ ਉਹ ਕਮਰੇ ਵਿੱਚ ਹੀ ਭੁੱਲ ਗਈ। ਆਪਣੀ ਗਲਤੀ ਯਾਦ ਕਰਕੇ ਵੀਨਾ ਬਹੁਤ ਡਰ ਗਈ ਸੀ। ਉਸੇ ਵਕਤ ਇੱਕ ਪੁਲਿਸ ਅਧਿਕਾਰੀ ਆ ਕੇ ਉਸ ਨੂੰ ਆਪਣੇ ਨਾਲ ਚੱਲਣ ਨੂੰ ਕਹਿੰਦਾ ਹੈ। ਪੁਲਿਸ ਵਾਲਾ ਵੀਨਾ ਨੂੰ ਗ੍ਰਿਫਤਾਰ ਹੀ ਕਰਨ ਲੱਗਿਆ ਸੀ ਕਿ ਵੀਨਾ ਮੌਕਾ ਦੇਖ ਕੇ ਉਸ ਨੂੰ ਵੀ ਜਾਨ ਤੋਂ ਮਾਰ ਦਿੰਦੀ ਹੈ। ਕਹਾਣੀ ਦੇ ਅਖੀਰ 'ਚ ਪੁਲਿਸ ਨੇ ਜਹਾਜ਼ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਬਦਕਿਸਮਤ ਵੀਨਾ ਨੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਆਖਿਰ ਪੁਲਿਸ ਉਸ ਨੂੰ ਫੜ ਹੀ ਲੈਂਦੀ ਹੈ। ਤੇ ਇੱਥੇ ਇਸ ਫਿਲਮ ਦੀ ਸਟੋਰੀ ਖਤਮ ਹੋ ਜਾਂਦੀ ਹੈ। ਦੋਸਤੋ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਕਿ ਤੁਸੀਂ ਅੱਗੇ ਕਿਸ ਮੂਵੀ ਦੀ ਐਕਸਪਲੇਨੇਸ਼ਨ ਚਾਹੁੰਦੇ ਹੋ। ਆਪਾਂ ਸਾਰੀਆਂ ਹਾਲੀਵੁੱਡ ਮੂਵੀਜ਼ ਪੰਜਾਬੀ 'ਚ ਹੀ ਐਕਸਪਲੇਨ ਕਰਿਆ ਕਰਾਂਗੇ। ਧੰਨਵਾਦ।